ਸਤਿ ਸ੍ਰੀ ਅਕਾਲ। ਹਰ ਵੇਲੇ ਧਿਆਨ ਰੱਖੋ ਅਤੇ ਆਪਣਾ ਸਵਾਸ ਸਫਲ ਕਰੋ। ਚਾਹੇ ਤੁਸੀਂ ਕਿਤੇ ਵੀ ਕੋਈ ਵੀ ਕੰਮ ਕਰ ਰਹੇ ਹੋ, ਹਰ ਜਗ੍ਹਾ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ। ਇਸ ਲਈ ਕੰਮ 'ਤੇ ਇਕਾਗਰ ਹੋਣਾ ਮੁਸ਼ਕਲ ਹੋ ਜਾਂਦਾ ਹੈ। ਮਨੁੱਖ ਦਾ ਮਸਤਕ ਇਸ ਤਰ੍ਹਾਂ ਦਾ ਨਹੀਂ ਹੈ ਕਿ ਉਹ ਆਲੇ ਦੁਆਲੇ ਹੋਣ ਵਾਲੇ ਐਕਸ਼ਨਾਂ ਨੂੰ ਨਜ਼ਰਅੰਦਾਜ਼ ਕਰ ਸਕੇ। ਮਾਹੌਲ ਵਿੱਚ ਥੋੜ੍ਹੀ ਜਿਹੀ ਵੀ ਹਲਚਲ ਧਿਆਨ ਭਟਕਾਉਣ ਲਈ ਕਾਫੀ ਹੁੰਦੀ ਹੈ। ਇਕਾਗਰਤਾ ਨੂੰ ਵਧਾਉਣ ਲਈ ਦ੍ਰਿੜਤਾ ਬੇਹੱਦ ਜ਼ਰੂਰੀ ਹੈ। ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਵਾਸਤੇ ਮਨ ਨੂੰ ਇਕਾਗਰ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। ਇਕਾਗਰਤਾ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਇਸ ਦੇ ਇਲਾਵਾ ਹਰ ਖੇਤਰ ਵਿੱਚ, ਜਿਸ ਤਰ੍ਹਾਂ ਬਿਜ਼ਨਸ, ਜੌਬ, ਪੜ੍ਹਾਈ, ਕਿਸੇ ਵੀ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨ ਦਾ ਸਾਧਨ ਇਕਾਗਰਤਾ ਹੈ। ਇਕਾਗਰਤਾ ਵਿੱਚ ਇੱਕ ਬਹੁਤ ਵੱਡੀ ਤਪੱਸਿਆ ਹੈ। ਇਹ ਹਮੇਸ਼ਾ ਪ੍ਰੈਕਟਿਸ ਕਰਨ ਨਾਲ ਹਾਸਲ ਹੁੰਦੀ ਹੈ। ਜੇਕਰ ਮਨ ਅਤੇ ਬੁੱਧੀ ਇੱਕ ਹੋ ਕੇ ਕੰਮ ਵਿੱਚ ਸਾਥ ਦੇਣ ਤਾਂ ਉਨਾ ਹੀ ਇਕਾਗਰਤਾ ਵਧੇਗੀ। ਮਾਹੌਲ ਵੀ ਇਕਾਗਰਤਾ ਨੂੰ ਵਧਾਉਣ ਵਿੱਚ ਕਾਫੀ ਮਹੱਤਵਪੂਰਨ ਹੁੰਦਾ ਹੈ। ਆਰਾਮਦਾਇਕ ਅਤੇ ਆਕਰਸ਼ਣ ਤੋਂ ਰਹਿਤ ਮਾਹੌਲ ਵਿੱਚ ਕੰਮ ਕਰਦੇ ਸਮੇਂ ਪੂਰੀ ਤਰ੍ਹਾਂ ਨਾਲ ਇਕਾਗਰਤਾ ਹਾਸਲ ਕੀਤੀ ਜਾ ਸਕਦੀ ਹੈ। ਵੇਸਟਫੁੱਲ ਵਿਚਾਰਾਂ ਤੋਂ ਮਨ ਨੂੰ ਬਚਾ ਕੇ ਰੱਖੋ। ਜਦੋਂ ਵੀ ਮਨ ਵਿੱਚ ਫਜ਼ੂਲ ਵਿਚਾਰ ਆਉਣ ਤਾਂ ਉਹਨਾਂ 'ਤੇ ਧਿਆਨ ਨਾ ਦੇਵੋ ਅਤੇ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਸ ਉੱਤੇ ਫੋਕਸ ਕਰੋ। ਵਟ ਐਵਰ ਯੂ ਡੂ ਬੀ ਦੇਅਰ। ਤੁਸੀਂ ਜੋ ਵੀ ਕੰਮ ਕਰਨਾ ਹੈ ਉਸ ਦੀ ਲਿਸਟ ਬਣਾ ਲਵੋ। ਮਨ ਦਾ ਸੰਤੁਲਨ ਬਣਾਈ ਰੱਖਣ ਲਈ ਬਰੀਕੀ ਕੰਮ ਨੂੰ ਜ਼ਿਆਦਾ ਸਮਾਂ ਦੇਵੋ। ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਨਾ ਆਉਣ ਦੇਵੋ ਕਿ ਤੁਸੀਂ ਮਨ ਨੂੰ ਇਕਾਗਰ ਨਹੀਂ ਕਰ ਸਕਦੇ। ਇਸ ਨਾਲ ਦਿਮਾਗ ਨੂੰ ਇਹ ਸੁਨੇਹਾ ਜਾਵੇਗਾ ਕਿ ਤੁਹਾਡੇ ਵਿੱਚ ਇਕਾਗਰਤਾ ਦੀ ਕਮੀ ਹੈ। ਇਸ ਤਰ੍ਹਾਂ ਕੰਮ ਉੱਪਰ ਧਿਆਨ ਟਿਕਾਉਣ ਵਿੱਚ ਮੁਸ਼ਕਲ ਆਵੇਗੀ। ਇੱਕੋ ਵਾਰੀ ਕਈ ਸਾਰੇ ਕੰਮ ਸ਼ੁਰੂ ਕਰਨ ਨਾਲ ਇਕਾਗਰਤਾ ਹਾਸਲ ਨਹੀਂ ਹੁੰਦੀ। ਜਦੋਂ ਤੁਹਾਨੂੰ ਬਹੁਤ ਸਾਰੇ ਕੰਮ ਦਿਸਦੇ ਹੋਣ, ਤੁਸੀਂ ਜੋ ਕੰਮ ਕਰ ਰਹੇ ਹੋ ਉਸ ਉੱਪਰ ਧਿਆਨ ਨਹੀਂ ਲਗਾ ਸਕਦੇ। ਜੋ ਲਕਸ਼ ਜੀਵਨ ਵਿੱਚ ਲੈ ਕੇ ਚੱਲਦੇ ਹੋ ਉਸ ਉੱਪਰ ਸੰਪੂਰਨ ਰੂਪ ਨਾਲ ਧਿਆਨ ਦੇਵੋ। ਜੋ ਗੱਲ ਬੀਤ ਗਈ ਹੈ ਉਸ ਨੂੰ ਛੱਡ ਦੇਵੋ। ਆਪਣੇ ਅੱਜ ਨੂੰ ਸਵਾਰਨ ਲਈ ਹੀ ਸੋਚੋ। ਵਿਅਰਥ ਇੱਧਰ ਉੱਧਰ ਦੇਖਣੇ ਦੀ ਆਦਤ ਵੀ ਇਕਾਗਰ ਹੋਣ ਵਿੱਚ ਵਿਘਨ ਬਣਦੀ ਹੈ। ਇਹ ਕਾਫੀ ਮਹੱਤਵਪੂਰਨ ਹੈ ਕਿ ਜਿੱਥੇ ਕੰਮ ਕਰਦੇ ਹੋ ਉੱਥੇ ਸ਼ੋਰ ਸ਼ਰਾਬਾ ਨਾ ਹੋਵੇ। ਸ਼ਾਂਤ ਮਾਹੌਲ ਵਿੱਚ ਤੁਸੀਂ ਆਸਾਨੀ ਨਾਲ ਕੰਮ 'ਤੇ ਧਿਆਨ ਲਗਾ ਸਕਦੇ ਹੋ। ਇਕਾਗਰਤਾ ਹਾਸਲ ਕਰਨ ਲਈ ਸਾਤਵਿਕ ਖਾਣਾ ਪੀਣਾ ਵੀ ਜ਼ਰੂਰੀ ਹੈ। ਜ਼ਿਆਦਾ ਆਮ ਖਾਣ ਨਾਲ ਤੁਹਾਨੂੰ ਥਕਾਨ ਅਤੇ ਆਲਸ ਆ ਜਾਂਦੀ ਹੈ। ਇਸ ਲਈ ਵਿਟਾਮਿਨ ਈ ਨਾਲ ਭਰਪੂਰ ਬਦਾਮ ਅਤੇ ਫਲਾਂ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰੋ। ਨਾਲ ਹੀ ਐਕਸਰਸਾਈਜ਼ ਦੀ ਵੀ ਰੂਟੀਨ ਬਣਾਓ। ਜੇਕਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਨਹੀਂ ਹੈ ਕਿ ਤੁਸੀਂ ਕੀ ਕਰਨਾ ਹੈ ਤਾਂ ਕੰਮ ਵਿੱਚ ਇਕਾਗਰ ਹੋਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਟਾਲ ਮਟੋਲ ਕਰਨ ਦੀ ਆਦਤ ਵੀ ਇਕਾਗਰਤਾ ਭੰਗ ਕਰਨ ਵਿੱਚ ਗਹਿਰਾ ਅਸਰ ਪਾਉਂਦੀ ਹੈ। ਜਦੋਂ ਵੀ ਤੁਹਾਨੂੰ ਕੰਮ 'ਤੇ ਧਿਆਨ ਫੋਕਸ ਕਰਨ ਦੀ ਜ਼ਰੂਰਤ ਹੋਵੇ ਤਾਂ ਹਮੇਸ਼ਾ ਆਪਣੇ ਆਪ ਨੂੰ ਬਾਰ-ਬਾਰ ਕਹੋ ਕਿ ਤੁਸੀਂ ਧਿਆਨ ਲਗਾ ਸਕਦੇ ਹੋ। ਇਹ ਤੁਹਾਡੇ ਅੰਦਰ ਇਕਾਗਰਤਾ ਵਧਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਜਿਸ ਕੰਮ ਦਾ ਕੋਈ ਸਪਸ਼ਟ ਸ਼ੁਰੂ ਅਤੇ ਐਂਡ ਨਾ ਹੋਵੇ ਉਹ ਤੁਹਾਡੇ ਧਿਆਨ ਨੂੰ ਭਟਕਾ ਸਕਦਾ ਹੈ। ਕੰਮ ਨੂੰ ਕੁਝ ਹਿੱਸਿਆਂ ਵਿੱਚ ਵੰਡ ਲਵੋ ਜਿਸ ਨਾਲ ਤੁਸੀਂ ਉਸ ਕੰਮ ਨੂੰ ਸ਼ੁਰੂ ਕਰ ਸਕੋ। ਇਕਾਗਰਤਾ ਦਾ ਮਤਲਬ ਹੈ ਕਿਸੇ ਚੀਜ਼ ਨੂੰ ਲੈ ਕੇ ਸਾਡਾ ਫੋਕਸ। ਜੋ ਇਕਾਗਰਤਾ 'ਚ ਰਹਿੰਦੇ ਹਨ ਉਹਨਾਂ ਦੇ ਸੰਕਲਾਂ ਵਿੱਚ ਬਹੁਤ ਬਲ ਹੁੰਦਾ ਹੈ। ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖਣਾ ਜ਼ਰੂਰੀ ਹੈ। ਛੋਟੇ ਕੰਮ ਤੋਂ ਸ਼ੁਰੂ ਕਰੋ। ਜੇਕਰ ਤੁਹਾਡਾ ਆਸਾਨੀ ਨਾਲ ਧਿਆਨ ਨਹੀਂ ਲੱਗ ਰਿਹਾ ਤਾਂ ਕੰਮ ਨੂੰ ਜ਼ਿਆਦਾ ਸਮਾਂ ਦੇਵੋ। ਆਪਣਾ ਸੌਣੇ ਦਾ ਸਮਾਂ ਫਿਕਸ ਕਰੋ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਸੌਂ ਰਹੇ ਹੋ ਤਾਂ ਤੁਹਾਡੇ ਉੱਪਰ ਥਕਾਵਟ ਅਤੇ ਆਲਸ ਹਾਵੀ ਰਹੇਗੀ। ਇਸ ਤਰ੍ਹਾਂ ਤੁਸੀਂ ਕਿਸੇ ਵੀ ਕੰਮ ਨੂੰ ਧਿਆਨ ਨਹੀਂ ਲਗਾ ਸਕੋਗੇ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਲਈ ਜ਼ਰੂਰੀ ਚੀਜ਼ਾਂ ਸਾਹਮਣੇ ਰੱਖ ਲਵੋ। ਇਸ ਤਰ੍ਹਾਂ ਕਰਨ ਨਾਲ ਇੱਧਰ ਉੱਧਰ ਨਹੀਂ ਭਟਕੋਗੇ। ਸਥਿਰ ਹੋ ਕੇ ਕੰਮ ਕਰ ਸਕੋਗੇ। ਇਸ ਦੇ ਇਲਾਵਾ ਇਕਾਗਰਤਾ ਦੇ ਅਭਿਆਸ ਲਈ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਫੋਲੋ ਕਰਨਾ, ਆਪਣੇ ਸਵਾਸਾਂ 'ਤੇ ਧਿਆਨ ਦੇਣਾ, ਆਪਣੇ ਮਨ ਦੀ ਚੈਕਿੰਗ ਕਰਨੀ, ਆਪਣੇ ਦਿਲ ਦੀ ਧੜਕਣ ਨੂੰ ਸੁਣਨਾ ਵੀ ਜ਼ਰੂਰੀ ਹੈ। ਇਕਾਗਰਤਾ ਵਧਾਉਣ ਲਈ ਮਨ ਵਿੱਚ ਚੰਗੇ ਵਿਚਾਰਾਂ ਦਾ ਹੋਣਾ ਵੀ ਜ਼ਰੂਰੀ ਹੈ।
ਆਪਣੀ ਬੁੱਧੀ ਨੂੰ ਸ਼ੁੱਧ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ 108 ਵਾਰੀ 21 ਦਿਨ ਤੱਕ ਲਿਖੋ, ਮੈਂ ਇਕਾਗਰ ਚਿਤ ਆਤਮਾ ਹਾਂ, ਮੈਂ ਇੱਕ ਮਹਾਨ ਆਤਮਾ ਹਾਂ, ਮੈਂ ਪਰਮ ਪਵਿੱਤਰ ਆਤਮਾ ਹਾਂ। ਸੋਚੋ, ਮੈਂ ਮਾਸਟਰ ਸਭ ਸ਼ਕਤੀਆਂ ਦੀ ਮਾਲਕ ਆਤਮਾ ਹਾਂ। ਮੇਰੇ ਕੋਲ ਸਭ ਸ਼ਕਤੀਆਂ ਹਨ। ਮੇਰੇ ਕੋਲ ਇਕਾਗਰਤਾ ਦੀ ਸ਼ਕਤੀ ਵੀ ਹੈ। ਪਰਮਾਤਮਾ ਜੋ ਸਭ ਸ਼ਕਤੀਆਂ ਦਾ ਸਾਗਰ ਦਾਤਾ ਹੈ, ਉਸ ਨੂੰ ਜਾਣੋ ਅਤੇ ਉਸ ਨਾਲ ਆਪਣਾ ਕਨੈਕਸ਼ਨ ਜੋੜੋ। ਹੌਲੀ ਹੌਲੀ ਪਰਮਾਤਮਾ ਦੀਆਂ ਸ਼ਕਤੀਆਂ ਤੁਹਾਡੇ ਅੰਦਰ ਆਉਣ ਲੱਗ ਜਾਣਗੀਆਂ ਅਤੇ ਤੁਹਾਡਾ ਮਨ ਸ਼ਾਂਤ ਹੁੰਦਾ ਜਾਵੇਗਾ। ਇਕਾਗਰਤਾ ਵੱਧਦੀ ਜਾਵੇਗੀ ਅਤੇ ਮਾਨਸਿਕ ਡਿਸਟਰਬੈਂਸ ਸਮਾਪਤ ਹੁੰਦੀ ਜਾਵੇਗੀ। ਪ੍ਰੈਕਟਿਸ ਕਰਕੇ ਜਦੋਂ ਸਾਡਾ ਮਨ ਇਕਾਗਰ ਹੋ ਜਾਂਦਾ ਹੈ ਤਾਂ ਅਸੀਂ ਬਿਰਧ ਹੋ ਕੇ ਵੀ ਜੋ ਮਰਜ਼ੀ ਸਿੱਖ ਸਕਦੇ ਹਾਂ। ਜਿਸ ਤਰ੍ਹਾਂ ਕੰਪਿਊਟਰ ਚਲਾਉਣਾ, ਕਾਰ ਚਲਾਉਣੀ ਸਿੱਖਣੀ, ਇਕਾਗਰ ਮਨ ਸ਼ਕਤੀਸ਼ਾਲੀ ਬਣ ਜਾਂਦਾ ਹੈ। ਉਹ ਇਹ ਨਹੀਂ ਕਹਿੰਦਾ ਮੈਨੂੰ ਆਹ ਨਹੀਂ ਕਰਨਾ ਆਉਂਦਾ, ਮੈਨੂੰ ਉਹ ਨਹੀਂ ਕਰਨਾ ਆਉਂਦਾ। ਭਾਣਾ ਮੰਨਣਾ ਸਿੱਖ ਕੇ ਮਨ ਸਭ ਕੁਝ ਸਿੱਖ ਲੈਂਦਾ ਹੈ। ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਿਸੇ ਡਿਗਰੀ ਦੀ ਜ਼ਰੂਰਤ ਨਹੀਂ ਹੈ। ਮਧੁਰ ਬਾਣੀ ਹੀ ਇਨਸਾਨ ਨੂੰ ਬਾਦਸ਼ਾਹ ਬਣਾ ਦਿੰਦੀ ਹੈ। ਕਿਸੇ ਨੇ ਈਸ਼ਵਰ ਤੋਂ ਪੁੱਛਿਆ ਕਿ ਕਿਸ ਤਰ੍ਹਾਂ ਦੇ ਇਨਸਾਨ ਤੁਹਾਡੇ ਨਜ਼ਦੀਕ ਹੁੰਦੇ ਹਨ, ਤਾਂ ਈਸ਼ਵਰ ਨੇ ਜਵਾਬ ਦਿੱਤਾ, ਉਹ ਇਨਸਾਨ ਜੋ ਬਦਲਾ ਲੈਣ ਦੀ ਤਾਕਤ ਹੋਣ ਦੇ ਬਾਵਜੂਦ ਵੀ ਦੂਸਰਿਆਂ ਨੂੰ ਮਾਫ਼ ਕਰ ਦਿੰਦੇ ਹਨ। ਜਦੋਂ ਤੁਸੀਂ ਇੱਕ ਬਹੁਤ ਔਖੇ ਸਮੇਂ ਵਿੱਚੋਂ ਗੁਜ਼ਰਦੇ ਹੋ, ਜਦੋਂ ਸਾਰੇ ਤੁਹਾਡਾ ਵਿਰੋਧ ਕਰਨ ਲੱਗ ਜਾਂਦੇ ਹਨ, ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ 1 ਮਿੰਟ ਵੀ ਸਹਿਣ ਨਹੀਂ ਕਰ ਸਕਦੇ, ਤਾਂ ਵੀ ਕਦੇ ਹਾਰ ਨਾ ਮੰਨੋ, ਕਿਉਂਕਿ ਇਹ ਉਹੀ ਸਮਾਂ ਹੈ ਅਤੇ ਸਥਾਨ ਹੈ ਜਦੋਂ ਤੁਹਾਡਾ ਅੱਛਾ ਸਮਾਂ ਸ਼ੁਰੂ ਹੋਵੇਗਾ। ਕਲਪਨਾ ਕਰੋ, ਸੋਚੋ। ਅੱਜ ਦੀ ਕਹਾਣੀ ਹੈ, ਕਲਪਨਾ ਕਰੋ, ਸੋਚੋ ਕਿ ਤੁਹਾਡੇ ਕੋਲ ਇੱਕ ਬੈਂਕ ਅਕਾਊਂਟ ਹੈ ਅਤੇ ਹਰ ਰੋਜ਼ ਉਸ ਬੈਂਕ ਅਕਾਊਂਟ ਵਿੱਚ 86,400 ਰੁਪਏ ਜਮ੍ਹਾਂ ਹੋ ਜਾਂਦੇ ਹਨ, ਜਿਨ੍ਹਾਂ ਨੂੰ ਤੁਸੀਂ ਖਰਚ ਸਕਦੇ ਹੋ। ਪਰ ਤੁਸੀਂ ਪੈਸਿਆਂ ਨੂੰ ਬੈਂਕ ਅਕਾਊਂਟ ਵਿੱਚੋਂ ਕੱਢ ਕੇ ਆਪਣੇ ਘਰ ਸੇਫ ਵਿੱਚ ਜਮ੍ਹਾਂ ਨਹੀਂ ਕਰ ਸਕਦੇ। ਇਸ ਬੈਂਕ ਵਿੱਚ ਕੈਰੀ ਫੋਰਵਰਡ ਦਾ ਸਿਸਟਮ ਵੀ ਨਹੀਂ ਹੈ। ਮਤਲਬ ਜਿੰਨੇ ਰੁਪਏ ਤੁਸੀਂ ਦਿਨ ਵਿੱਚ ਖਰਚ ਨਹੀਂ ਕਰ ਸਕਦੇ, ਉਹ ਰੁਪਏ ਸ਼ਾਮ ਨੂੰ ਵਾਪਸ ਲੈ ਲਏ ਜਾਂਦੇ ਹਨ। ਫਿਰ ਤੁਹਾਡਾ ਉਹਨਾਂ ਰੁਪਇਆਂ 'ਤੇ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਇਹ ਬੈਂਕ ਅਕਾਊਂਟ ਕਦੇ ਵੀ ਬੰਦ ਹੋ ਸਕਦਾ ਹੈ। ਕੱਲ੍ਹ ਹੀ ਇਹ ਬੈਂਕ ਅਕਾਊਂਟ ਬੰਦ ਹੋ ਜਾਵੇ ਜਾਂ ਫਿਰ 2 ਸਾਲ ਜਾਂ 50 ਸਾਲ ਬਾਅਦ, ਇਹ ਤਾਂ ਫਿਕਸ ਹੈ ਕਿ ਇਹ ਬੈਂਕ ਅਕਾਊਂਟ ਇੱਕ ਦਿਨ ਜ਼ਰੂਰ ਬੰਦ ਹੋਵੇਗਾ। ਇਸ ਹਾਲਤ ਵਿੱਚ ਤੁਸੀਂ ਕੀ ਕਰੋਗੇ? ਇਹ ਤਾਂ ਪਤਾ ਹੀ ਹੈ ਕਿ ਪੂਰੇ ਦੇ ਪੂਰੇ 86,400 ਰੁਪਏ ਨੂੰ ਵਰਤੋਂ ਵਿੱਚ ਲੈ ਆਵੋਗੇ ਅਤੇ ਇਹ ਰੁਪਏ ਅੱਛੇ ਕੰਮਾਂ ਵਿੱਚ ਵਰਤੋਗੇ, ਕਿਉਂਕਿ ਇਹ ਬੈਂਕ ਅਕਾਊਂਟ ਕਦੇ ਵੀ ਬੰਦ ਹੋ ਸਕਦਾ ਹੈ। ਕੀ ਇਹ ਤੁਹਾਨੂੰ ਪਤਾ ਹੈ? ਇਸੇ ਤਰ੍ਹਾਂ ਦਾ ਬੈਂਕ ਅਕਾਊਂਟ ਸਾਡੇ ਸਾਰਿਆਂ ਕੋਲ ਹੁੰਦਾ ਹੈ, ਜਿਸ ਦਾ ਨਾਮ ਹੈ ਜ਼ਿੰਦਗੀ। ਅਤੇ ਇਸ ਜੀਵਨ ਰੂਪੀ ਬੈਂਕ ਅਕਾਊਂਟ ਵਿੱਚ ਹਰ ਰੋਜ਼ 86,400 ਸੈਕਿੰਡ ਜਮ੍ਹਾਂ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ, ਇਹ ਸਾਡੇ ਉੱਪਰ ਨਿਰਭਰ ਕਰਦਾ ਹੈ। ਅਸੀਂ ਚਾਹੁੰਦੇ ਹਾਂ ਤਾਂ ਇਹਨਾਂ 86,400 ਸੈਕਿੰਡਾਂ ਦਾ ਉਪਯੋਗ ਬਿਹਤਰ ਕੰਮਾਂ ਲਈ ਕਰ ਸਕਦੇ ਹਾਂ। ਜੇਕਰ ਇਸ ਤਰ੍ਹਾਂ ਨਹੀਂ ਕਰਦੇ ਤਾਂ ਇਹ ਵਿਅਰਥ ਹੋ ਜਾਣਗੇ। ਇਹ ਜੀਵਨ ਰੂਪੀ ਬੈਂਕ ਅਕਾਊਂਟ ਕਦੇ ਵੀ ਬੰਦ ਹੋ ਸਕਦਾ ਹੈ, ਇਸ ਲਈ ਦੇਰ ਮਤ ਕਰੋ। ਤੁਹਾਡੇ ਜੀਵਨ ਦਾ ਹਰ ਪਲ ਅਮੁੱਲਿਆ ਹੈ, ਇਸ ਲਈ ਸਮੇਂ ਦਾ ਸਦਉਪਯੋਗ ਕਰੋ। ਜੇਕਰ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਬੈਂਕ ਅਕਾਊਂਟ ਦੇ ਦਿੱਤਾ ਜਾਵੇ ਜਿਸ ਵਿੱਚ 86,400 ਰੁਪਏ ਜਮ੍ਹਾਂ ਹੋ ਜਾਣ, ਤਾਂ ਉਹ ਵਿਅਕਤੀ ਬਹੁਤ ਖੁਸ਼ ਹੋ ਜਾਵੇਗਾ ਅਤੇ 1 ਰੁਪਇਆ ਵੀ ਵਿਅਰਥ ਨਹੀਂ ਗਵਾਏਗਾ। ਕਿ ਸਾਡੇ ਜੀਵਨ ਦੇ 1 ਸੈਕਿੰਡ ਦੀ ਕੀਮਤ 1 ਰੁਪਇਆ ਤੋਂ ਵੀ ਘੱਟ ਹੈ? ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਦੇ ਅਨਮੋਲ ਪਲ ਐਵੇਂ ਵਿਅਰਥ ਗਵਾ ਸਕਦੇ ਹਾਂ? ਗੁਆਚਿਆ ਹੋਇਆ ਧਨ ਤਾਂ ਫਿਰ ਵੀ ਕਮਾਇਆ ਜਾ ਸਕਦਾ ਹੈ, ਪਰ ਖਰਾਬ ਕੀਤਾ ਹੋਇਆ ਸਮਾਂ ਵਾਪਸ ਨਹੀਂ ਆ ਸਕਦਾ। ਇੱਕ ਦਿਨ ਨੂੰ ਵੀ ਵਿਅਰਥ ਗਵਾਉਣਾ ਆਤਮ ਹੱਤਿਆ ਕਰਨ ਦੇ ਬਰਾਬਰ ਹੈ। ਸਮੇਂ ਦੀ ਕਦਰ ਕੀਤੇ ਤੋਂ ਬਗੈਰ ਅੱਜ ਤੱਕ ਕੋਈ ਸਫਲ ਨਹੀਂ ਹੋਇਆ। ਚਲੋ ਅੱਜ ਤੋਂ ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਵਾਸਤੇ ਆਪਣਾ ਸਮਾਂ ਮਨ ਨੂੰ ਇਕਾਗਰ ਕਰਨੇ ਵਾਸਤੇ ਸਫਲ ਕਰੋ। ਜ਼ਿੰਦਗੀ ਦੀ ਸਭ ਤੋਂ ਵੱਡੀ ਸਫਲਤਾ ਪਰਮਾਤਮਾ ਦਾ ਪਿਆਰ ਮਹਿਸੂਸ ਕਰਨਾ ਹੀ ਹੈ। ਇਕਾਗਰ ਮਨ ਹੀ ਪਰਮਾਤਮਾ ਨਾਲ ਜੁੜ ਸਕਦਾ ਹੈ। ਇੱਕ ਤੂੰ ਨਾ ਮਿਲਾ ਸਾਰੀ ਦੁਨੀਆ ਮਿਲੇ ਵੀ ਤੋ ਕਿਆ ਹੈ। ਸਤਿ ਸ੍ਰੀ ਅਕਾਲ।